Good morning, 8th class. Today is 13th October, and on Tuesday we started the new topic, that is the moon surface of the chapter the stars and the solar system. So the stars and solar system, the main new topic, the moon surface discuss karan ja rahi hain. So let's start with the reading. The moon is a fascinating object for poets and storytellers. So कहते moon एक बड़ा ही अट्रैक्टिव ऑब्जेक्ट है पोइट्स ਲਈ ਜੋ ਕਵਿਤਾ ਲਿਖਦੇ ਆ ਸਟੋਰੀ ਲਿਖਦੇ ਆ ਉਹ ਹਮੇਸ਼ਾ ਲਾਈਕ ਮੂਨ ਤੇ ਤੁਸੀਂ ਸੁਣੀਆਂ ਹੋਣਗੀਆਂ ਚੰਦਰਮਾ ਤੇ ਬਹੁਤ ਸਾਰੀਆਂ ਸਟੋਰੀਜ਼ ਬਣੀਆਂ ਹੋਈਆਂ ਨੇ ਬਟ when astronauts landed on the moon, ਜਦੋਂ ਐਸਟਰੋਨੌਟ ਮੂਨ ਤੇ ਪਹੁੰਚੇ they found that moon surface is dusty and barren. ਉਹਨਾਂ ਨੇ ਦੇਖਿਆ ਕਿ ਜਿਹੜਾ ਮੂਨ ਦਾ ਸਰਫੇਸ ਸੀ, ਤੁਸੀਂ ਆ ਪਿਕਚਰ ਦੇਖ ਸਕਦੇ ਹੋ, ਜੋ ਮੂਨ ਦਾ ਸਰਫੇਸ ਸੀ ਇੱਕ ਤੇ ਬੈਰਨ ਮਤਲਬ ਬੰਜਰ ਸੀ, ਦੂਸਰਾ ਕਿਆ ਸੀ ਡਸਟੀ ਮਤਲਬ ਡਸਟ ਨਾਲ ਭਰਿਆ ਹੋਇਆ ਸੀ. ਸੋ देयर आर मैनी craters of the different sizes. So if also have a larger number of steep and high mountains, कहना मतलब काफी ज्यादा ਉਹਦੇ ਉੱਪਰ ਮਾਊਂਟੇਨਸ ਬਣੀਆਂ ਹੋਈਆਂ, ਸਟੇਪਸ ਮਤਲਬ ਐਵੇਂ ਛੋਟੇ ਛੋਟੇ ਪਹਾੜੀਆਂ, ਕੋਈ ਸਮਤਲ ਜਿਵੇਂ ਕਿ ਨਾ ਪਲੇਨ ਲੈਂਡ ਨਹੀਂ ਸੀ. ਠੀਕ ਹੈ. ਸੋ ਸਮ ਆਫ ਥੀਜ਼ ਆਰ ਹਾਈ ਐਜ਼ ਅ ਹਾਈਐਸਟ ਮਾਊਂਟੇਨ. ਕਹਿੰਦੇ ਬਹੁਤ ਕੁਝ ਤਾਂ ਉੱਥੇ ਬਹੁਤ ਹੀ ਵੱਡੇ ਵੱਡੇ ਮਾਊਂਟੇਨਸ ਬਣੇ ਹੋਏ ਸੀ ਉਹਨਾਂ ਦੇ. ਠੀਕ ਹੈ. ਸੋ ਦ ਮੂਨ ਹੈਜ਼ ਨੋ ਐਟਮੋਸਫੀਅਰ. ਮੂਨ ਦੇ ਕੋਲ ਕੋਈ ਐਟਮੋਸਫੀਅਰ ਨਹੀਂ ਹੈਗਾ ਜਿਵੇਂ ਆਪਣੇ ਇੱਥੇ ਐਟਮੋਸਫੀਅਰ ਆ, ਸਟ੍ਰੈਟੋਸਫੀਅਰ ਲੇਅਰਸ ਹੈਗੀਆਂ ਨੇ, ਡਿਫਰੈਂਟ ਲਿਥੋਸਫੀਅਰ ਲੇਅਰਸ ਹੈ. ਸੋ ਮੂਨ ਦੇ ਕੋਈ ਐਟਮੋਸਫੀਅਰ ਨਹੀਂ ਆ. ਇਟ ਹੈਜ਼ ਨੋ ਵਾਟਰ, ਕੋਈ ਵਾਟਰ ਨਹੀਂ ਹੈਗਾ. ਸੋ ਕੈਨ ਐਨੀ ਲਾਈਫ ਐਗਜ਼ਿਸਟ ਔਨ ਮੂਨ? ਅਗਰ ਜਿੱਥੇ ਪਾਣੀ ਨਹੀਂ ਹੈਗਾ ਉੱਥੇ ਕਿਆ ਲਾਈਫ ਐਗਜ਼ਿਸਟ ਕਰ ਸਕਦੀ ਆ? ਠੀਕ ਹੈ. ਸੋ then did you know पढ़ते हैं बेटा, on July 21st the 1969 the Indian time the American astronaut Neil Armstrong landed on the moon for the first time. So moon te first time किसने पैर रखा सी? That astronaut name is Neil Armstrong on July 21 1969. ठीक है. So the question is formed, who and when astronaut ठीक है landed on moon first time. So first time ਕਿਹੜਾ astronaut ਜਿਹੜਾ ਹੈਗਾ ਹੈ ਉਹ ਕਿਸ ਟਾਈਮ ਤੇ ਔਰ ਕਦੋਂ, ਠੀਕ ਹੈ, ਕਿਆ ਨੇਮ ਹੈ. ਸੋ ਤੁਸੀਂ ਇੱਥੋਂ ਲੈ ਕੇ ਅੰਡਰਲਾਈਨ ਕਰ ਲਓ ਬੇਟਾ, ਔਨ ਤੋਂ ਲੈ ਕੇ ਫਰਸਟ ਟਾਈਮ ਤੱਕ. ਸੋ ਦਿਸ ਇਜ਼ ਯੂਰ ਐਕਸਟਰਾ ਕੁਐਸਚਨਸ ਪਾਰਟ. ਸੋ ਐਕਸਟਰਾ ਕੁਐਸਚਨਸ ਦੇ ਵਿੱਚ ਤੁਹਾਡਾ ਇਨਕਲੂਡ ਹੋਏਗਾ. ਦੈਨ ਦ ਸਟਾਰਸ. ਸੋ what other object do you see in the night sky? ਤੁਸੀਂ ਰਾਤ ਨੂੰ ਹੋਰ ਕਿਆ ਸਕਾਈ ਦੇ ਵਿੱਚ observe ਕਰਦੇ ਹੋ? There is a large number of stars in the sky. ਅਸੀਂ ਕਿਆ observe ਕਰਦੇ ਹਾਂ? Stars in the sky. So observe carefully on a dark night. ਰਾਤ dark night ਨੂੰ carefully observe ਕਰੋ from a place away from a big city. ਠੀਕ ਆ, ਉਥੋਂ ਜੋ ਬਿਗ ਸਿਟੀ ਤੋਂ ਦੂਰ ਹੋਵੇ. ਬਿਕੋਜ਼ ਵਾਈ ਕਿਉਂ ਬਿਗ ਸਿਟੀ ਤੋਂ ਕਹਿੰਦੇ? ਬਿਕੋਜ਼ ਸਟਾਰਟਿੰਗ 'ਚ ਅਸੀਂ ਇਹ ਪੜਿਆ ਸੀ ਕਿ ਬਿਗ ਸਿਟੀ 'ਚ ਪੋਲੂਸ਼ਨ ਡਸਟ ਕਰਕੇ ਸਾਨੂੰ ਸਟਾਰਸ ਕਲੀਅਰਲੀ ਨਹੀਂ ਦਿਖਦੇ. ਸੋ ਔਰ ਆਲ ਦਾ ਸਟਾਰਸ ਇਕੁਅਲੀ ਬ੍ਰਾਈਟ. ਕਿਆ ਜਿੰਨੇ ਵੀ ਸਟਾਰਸ ਉਹ ਇੱਕ ਮਤਲਬ ਸਾਰੇ ਇੱਕੋ ਜਿਹਾ ਬ੍ਰਾਈਟ ਚਮਕਦਾਰ ਹੁੰਦੇ ਨੇ ਔਰ ਦੇ ਆਫ ਦਾ ਸੇਮ ਕਲਰ. ਕਿਆ ਉਹਨਾਂ ਦਾ ਕਲਰ ਵੀ ਸੇਮ ਹੁੰਦਾ ਹੈ? ਇਨਫੈਕਟ ਸਟਾਰਸ emit ਲਾਈਟ ਆਫ देयर ओन. ਕਹਿੰਦੇ ਕਿਆ ਉਹ ਆਪਣੀ ਲਾਈਟ ਖੁਦ emit ਕਰਦੇ ਨੇ? So the sun is also a star. So sun भी एक star है. So this is the major point that कि sun भी एक star है. So why does it appear so large? ਉਹ ਸਾਨੂੰ ਇੰਨਾ ਜ਼ਿਆਦਾ large ਕਿਉਂ ਲੱਗਦਾ ਹੈ ਜਦ ਕਿ ਬਾਕੀ ਸਾਰੇ stars ਬਹੁਤ ਹੀ ਜ਼ਿਆਦਾ, ਠੀਕ ਹੈ, ਮਿਨਿਊਟ ਹੁੰਦੇ ਆ, ਸਾਨੂੰ ਨਿੱਕੇ ਦਿਖਦੇ ਆ, small inside ਦਿਖਦੇ, ਪਰ sun ਤਾਂ ਬਹੁਤ ਵੱਡਾ ਦਿਖਦਾ ਹੈ. So why? So which appear bigger, a football placed near you or a football placed at a distance? ਕਹਿੰਦੇ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਵੱਡੀ ਲੱਗੂਗੀ? ਇੱਕ ਫੁੱਟਬਾਲ ਜੋ ਇੱਥੇ ਮੰਨ ਲਓ ਇੱਕ ਪੈਨਸਿਲ ਇੱਥੇ ਪਈ ਹੈ, ਤੁਹਾਨੂੰ ਕਿਆ ਸਾਈਜ਼ ਦਿਖ ਰਿਹਾ ਹੈ? ਅਗਰ ਇਹੀ ਪੈਨਸਿਲ ਮੈਂ ਕਾਫੀ ਜ਼ਿਆਦਾ 10 ਕਿਲੋਮੀਟਰ ਤੇ ਰੱਖਦਾ ਤੇ ਮੈਨੂੰ ਇਹ ਪੈਨਸਿਲ ਕਿੱਡੀ ਦਿਖੂਗੀ? ਜਸਟ ਇਨ ਸਮਾਲ ਇਨ ਸਾਈਜ਼. ਇਟ ਮੀਨਸ ਕਿ ਜੋ ਸਨ ਹੈ ਉਹ ਸਾਨੂੰ ਬਿਗਰ ਇਸ ਕਰਕੇ ਲੱਗਦਾ ਹੈ ਬਿਕੋਜ਼ ਉਹ ਅਰਥ ਦੇ ਬਹੁਤ ਕਲੋਜ਼ ਆ. ਠੀਕ ਹੈ. ਔਰ ਬਾਕੀ ਸਟਾਰਸ ਬਹੁਤ ਦੂਰ ਨੇ. ਠੀਕ ਹੈ. ਸੋ ਦੈਟਸ ਵਾਈ ਸਨ ਸਾਨੂੰ ਬਿਗਰ ਦਿਖਦਾ ਹੈ ਐਜ਼ ਕੰਪੇਅਰ ਟੂ ਸਟਾਰਸ. ਠੀਕ ਹੈ. ਸੋ ਦ ਸਨ ਇਜ਼ ਨੀਅਰਲੀ 150 lakh kilometer, so sorry 150 million kilometer away from the earth. So ਇੰਨਾ ਅਰਥ ਤੋਂ ਦੂਰ ਆ. ਸੋ ਦ ਨੈਕਸਟ ਨੀਅਰੈਸਟ ਸਟਾਰ ਇਜ਼ ਅਲਫਾ ਸੈਂਚੁਰੀ. ਇਸ ਤੋਂ ਬਾਅਦ ਚੋਂ ਸਾਡੇ ਲਾਗੇ ਕਿਹੜਾ ਹੋਰ ਸਟਾਰ ਪ੍ਰੈਜ਼ੈਂਟ ਆ? ਦੈਟ ਇਜ਼ ਅਲਫਾ ਸੈਂਚੁਰੀ.
okay, so such large distance are expressed in another unit, so ਅਸੀਂ ਇਸ distance ਨੂੰ ਹੋਰ ਕਿੰਨੀ unit ਚ explain ਕਰ ਸਕਦੇ ਹਾਂ, light year, ठीक है. So in fact the stars are present in sky during the daytime also, so daytime ਵੀ ਕਹਿੰਦੇ stars ਸਾਡੇ sky ਚ ਹੁੰਦੇ ਆ, so however they are not visible then because of ਬ੍ਰਾਈਟ ਲਾਈਟ, ਸਨਲਾਈਟ. ਸੋ ਇਹ ਸਾਨੂੰ ਕਿਉਂ ਨਹੀਂ ਦਿਖਦੇ, ਬਿਕੋਜ਼ ਮਾਰਨਿੰਗ ਟਾਈਮ ਸਨਲਾਈਟ ਬਹੁਤ ਜ਼ਿਆਦਾ ਹੁੰਦੀ ਹੈ, ਜਿਹਦੇ ਕਰਕੇ ਸਾਨੂੰ ਜੋ ਸਟਾਰਸ ਆ ਉਹ ਵਿਜ਼ੀਬਲ ਨਹੀਂ ਹੁੰਦੇ. Observe some prominent star or a group of stars in the sky for about 2 hours or more. What do you find? Do you find any change in the position of the stars in the sky? ਅਗਰ ਤੁਸੀਂ ਇੱਕ ਜਾਂ ਦੋ ਸਟਾਰਸ ਨੂੰ ਕੰਟੀਨਿਊਸਲੀ ਦੇਖਦੇ ਜਾ ਰਹੇ ਹੋ 1-2 ਆਰ ਤੋਂ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਆਪਣੀ ਪੋਜੀਸ਼ਨ ਚੇਂਜ ਕਰਦੇ ਆ? You will find that stars appear to move. अगर तुसी continuously ਉਹਨਾਂ ਨੂੰ ਦੇਖੋਗੇ ਤੁਹਾਨੂੰ ਇਹ ਲੱਗੂਗਾ ਕਿ ਜਿਵੇਂ stars move ਕਰਦੇ ਆ. So a star which rises in the east in the evening, ਜੋ ਸ਼ਾਮ ਦੀ time, evening time ਜੋ east side ਤੋਂ ਨਿਕਲਦੇ ਆ, set in the west ਜੋ morning time west ਵਿੱਚ ਮਤਲਬ set ਹੁੰਦੇ ਆ, ਛਿਪਦੇ ਆ. So why do stars appear to move east to west? ਸਾਨੂੰ ਇਦਾਂ ਕਿਉਂ ਲੱਗਦਾ ਹੈ ਕਿ ਇਧਰੋਂ ਚੜ੍ਹਦੇ stars ਤੇ west side ਤੋਂ ਮਤਲਬ ਉਹ ਛਿਪਦੇ ਆ, ਸੋ ਸਾਨੂੰ ਇਦਾਂ ਕਿਉਂ appear ਹੁੰਦਾ ਹੈ? ਸੋ ਉਹਨਾਂ ਨੇ ਕੀ ਕਿਹਾ ਹੈ, Paheli recalls that when she is in a moving train, the nearby trees and building appear to move in the backward direction. ਪਹੇਲੀ ਨੂੰ ਇੱਕ ਗੱਲ ਯਾਦ ਆਈ ਕਿ ਜਦੋਂ ਬੱਸ 'ਚ ਬੈਠੀ ਹੁੰਦੀ ਸੀ ਜਾਂ ਟ੍ਰੇਨ ਦੇ ਵਿੱਚ ਉਹ ਜਦੋਂ ਟਰੈਵਲ ਕਰਦੀ ਸੀ, ਉਹਨੂੰ ਕੀ ਦਿਖਦਾ ਸੀ ਕਿ ਟ੍ਰੇਨ ਜੋ ਅੱਗੇ ਨੂੰ ਜਾ ਰਹੀ ਹੈ, ਫੋਰਵਰਡ ਡਾਇਰੈਕਸ਼ਨ 'ਚ ਜਾ ਰਹੀ ਆ, ਜਦ ਕਿ ਟਰੀਜ਼ ਬੈਕਵਰਡ ਡਾਇਰੈਕਸ਼ਨ ਨੂੰ ਆ ਰਹੇ ਆ. ਸੋ ਇਫ ਦ ਸਟਾਰਸ ਅਪੀਅਰ ਟੂ ਮੂਵ ਈਸਟ ਟੂ ਵੈਸਟ, ਕੁਡ ਇਟ ਮੀਨ that the earth rotate from west to east? ਕਹਿੰਦੇ सोचो हाँ कि इफ द स्टार्स, अगर स्टार्स ईस्ट टू वेस्ट मूव कर रहे, अगर स्टार्स ईस्ट टू वेस्ट मूव कर रहा, तो कहते हो सकता है कि अर्थ जिहड़ी आ वो वेस्ट टू ईस्ट मूव कर रही. ट्रेन दे विच तुसीं यही ऑब्जर्व कर रहे हो ना कि तुसीं अगे नूं जा रहे हो एंड ट्रीज बैकवर्ड आ रहे आ, तो सेम चीज अर्थ नाल भी, स्टार्स नाल भी हो सकती है कि अगर स्टार्स ईस्ट टू वेस्ट जा रहे आ तो अर्थ मूव जिहड़ी कर रही है वो वेस्ट टू ईस्ट कर रही है. So now I understand why the sun appears to rise in the east. इसी करके कहते हैं ऑब्जर्व कर सकते हैं कि क्यों सन ईस्ट तो चढ़ता है वेस्ट तो छिपता है, बिकॉज अर्थ रोटेट करती है वेस्ट टू ईस्ट. इट मीन्स तुसी देख सकते हो कि डायरेक्शन ऑफ रोटेशन ऑफ अर्थ की आ, दैट इज वेस्ट टू ईस्ट. ठीक है, सो वेस्ट टू ईस्ट वाल रोटेट करते हैं, डेट्स वाई सानू इदा लगता है कि वेस्ट तो चढ़ता है एंड ईस्ट तो छिपता है. ठीक है, एंड स्टार्स दी डायरेक्शन ਉਹਨਾਂ ਦੇ opposite ਹੁੰਦੀ ਆ. ठीक है, so next is constellation. So next topic is constellation. So what is constellation? The stars forming a group that has a recognizable shape is called constellation. So जो stars ਆ, ਜਦੋਂ ਕੋਈ stars group ਚ present ਹੁੰਦੇ ਆ like that, ਜਦੋਂ ਸਟਾਰਸ ਗਰੁੱਪਸ 'ਚ ਪ੍ਰੈਜ਼ੈਂਟ ਹੁੰਦੇ ਆ, ਇਕੱਠੇ ਹੋਏ ਹੁੰਦੇ ਆ ਐਂਡ ਕੋਈ ਨਾ ਕੋਈ ਸ਼ੇਪ ਪ੍ਰੋਵਾਈਡ ਕਰਦੇ ਆ, ਉਦੋਂ ਅਸੀਂ ਉਹਨਾਂ ਨੂੰ ਕੀ ਬੋਲਦੇ ਆ, ਡੈਟ ਇਜ਼ ਕੌਨਸਟੀਲੇਸ਼ਨ. ਠੀਕ ਹੈ, ਸੋ ਕੌਨਸਟੀਲੇਸ਼ਨ ਵਰਡ ਡਿਵਾਈਸਡ ਬਾਈ ਏਸ਼ੀਅਨ ਪੀਪਲ ਟੂ ਏਬਲ ਟੂ ਰਿਕਗਨਾਈਜ਼ ਸਟਾਰਸ ਇਨ ਦ ਸਕਾਈ. ਸੋ ਕਹਿੰਦੇ ਜਿਹੜਾ ਕੌਨਸਟੀਲੇਸ਼ਨ ਟਰਮ ਹੈ ਇਹ ਸਾਡੇ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ, ਜਿਹਦਾ ਮਤਲਬ ਹੈਗਾ ਸਟਾਰਸ ਇਨ ਦਾ sky. So the shapes of constellation resemble object and familiar to those people. So constellation ਨੂੰ resemble ਕੀਤਾ ਗਿਆ ਕਿ ਇਹਦੇ ਵਰਗਾ ਦਿਖਦਾ ਹੈ, ਇਹਦੇ ਵਰਗਾ ਦਿਖਦਾ ਹੈ ਐਂਡ ਉਹਨਾਂ ਦੇ ਉਸ ਸਾਈਡ ਤੋਂ ਨਾਮ ਦੇ ਦਿੱਤੇ ਗਏ. So you can easily identify, ਅਸੀਂ ਰਾਤ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ. ਠੀਕ ਹੈ, constellations ਨੂੰ. So one of the most famous constellation which you can see during summer time ਤੇ ਸਾਨੂੰ ਕਿਹੜਾ constellation ਦਿਖਦਾ ਹੈ, that is Ursa Major. ਸੋ ਜਦੋਂ ਸਮਰ ਸਟਾਰਟ ਹੁੰਦੀ ਆ ਤੇ ਜਦੋਂ ਰਾਤ ਸਟਾਰਟ ਹੁੰਦੀ ਆ ਤਾਂ ਉਸ ਟਾਈਮ ਤੇ ਸਾਨੂੰ ਸਮਰ ਟਾਈਮ ਤੇ ਕਿਹੜਾ ਦਿਖਦਾ ਹੈ, ਕਨਸਟੇਲੇਸ਼ਨ, ਦੈਟ ਇਜ਼ ਉਰਸਾ ਮੇਜਰ. ਓਕੇ, ਸੋ ਇਟ ਆਲਸੋ ਨੋਨ ਐਜ਼ ਬਿਗ ਡਿੱਪਰ, ਇਹਨੂੰ ਅਸੀਂ ਬਿਗ ਡਿੱਪਰ ਵੀ ਬੋਲਦੇ ਹਾਂ, ਦਾ ਗ੍ਰੇਟ ਬੀਅਰ ਔਰ ਸਪਤ ਰਿਸ਼ੀ ਵੀ ਬੋਲਦੇ ਹਾਂ. ਸੋ ਦਿਸ ਇਜ਼ ਗ੍ਰੇਟ ਬੀਅਰ, ਸਪਤਸ਼ਿਤੀ ਵੀ ਬੋਲਦੇ ਹਾਂ, ਸਪਤ ਰਿਸ਼ੀ ਵੀ ਬੋਲਦੇ ਆ ਐਂਡ ਉਰਸਾ ਮੇਜਰ. ਸੋ देयर आर 7 ਪ੍ਰੋਮੀਨੈਂਟ ਸਟਾਰਸ. ਕਿੰਨੇ ਸਟਾਰਸ ਦਾ ਬਣਿਆ ਹੋਇਆ ਹੈ, 7 ਸਟਾਰਸ ਦਾ ਬਣਿਆ ਹੋਇਆ ਹੈ. ਸੀ 1 2 3 4 5 6 7 ਸਟਾਰਸ ਦਾ ਬਣਿਆ ਹੋਇਆ ਹੈ. ਸੋ ਇਟ ਅਪੀਅਰਸ ਲਾਈਕ ਅ ਬਿਗ ਲੈਡਲ ਔਰ ਅ ਕੁਐਸਚਨ ਮਾਰਕ. ਸੋ ਇਹ ਕਹਿੰਦੇ ਕਿਸ ਤਰ੍ਹਾਂ ਦਾ ਲੱਗਦਾ, ਕਹਿੰਦੇ ਜਿਵੇਂ ਕੁਐਸਚਨ ਮਾਰਕ ਹੁੰਦਾ.
ठीक है। सो देयर आर 3 स्टार्स इन द हैंड ऑफ द लेडल, सो 3 स्टार्स ਉਹਦੇ ਹੱਥ 'ਚ ਨੇ, ठीक है, ਇਹ ਵਾਲੇ, एंड 4 इन इट्स बाउल, के 4 बाउल है ਇਹਦੇ ਵਰਗਾ, ठीक है। सो इस करके ਇਹਨੂੰ बिग डिपर भी बोलते हैं। सो देन आफ्टर दैट उस तो बाद आ जाता है साडे कोल दैट इज पोल स्टार कहंदे। सो एक्टिविटी कहंदे करदे हैं, सो 17.17 सो दिस एक्टिविटी शुड बी परफॉर्मड ऑन अ क्लीयर मूनलेस। सो जिदा कह सकते हैं मून नाइट साडी समर दे 9 ਵਜੇ ਦਾ टाइम है रात का। सो लुक टूवर्ड द नॉर्थन पार्ट वाल स्काई वाल देखो, उत्थे उर्सा मेजर नु फाइंड आउट करो। यू फाइंड गैट हैल्प ऑफ एल्डर इन योर फैमिली, तुसीं अपनी एल्डर दी अपने ਵੱਡਿਆਂ ਦੀ ਹੈਲਪ ਨਾਲ ਵੀ ਉਹਨੂੰ ਸਰਚ ਕਰ ਸਕਦੇ ਹੋ। ਸੋ ਲੁੱਕ ਐਟ ਦ 2 ਸਟਾਰਸ ਐਟ ਦ ਐਂਡ ਆਫ ਉਰਸਾ ਮੇਜਰ। ਸੋ ਲਾਸਟ ਵਾਲੇ ਜਿਹੜੇ ਸਟਾਰਸ ਆ ਉਹਨਾਂ ਨੂੰ ऑब्जर्व ਕਰੋ, ठीक है। एंड उर्सा मेजर इमेजिन अ स्ट्रेट लाइन, सो एक स्ट्रेट लाइन इमेजिन करो, मान लो कि आ स्पून दे 3 एंड इत्थे ओ बनया होया है, इस तरह की शेप बनी हुई सी। सो ये वाले कहते लास्ट 2 आइडेंटिफाई करो, एक स्ट्रेट लाइन ड्रॉ करो। सो दी स्टार शोन इन द सेल्फ एक्सटेंड दिस इमेजिनरी लाइन, एक लाइन इमेजिनरी डॉटेड लाइन तुसी बनाओ, ठीक है। सो इट डज नॉट मूव एट ऑल। सो जेड़ा स्टार्स जेड़ी लाइन ए वाली लाइन जिथे जाके खत्म होएगी, तुसी देखोगे कि ए स्टार बिल्कुल भी नहीं मूव करता, बिल्कुल भी नहीं। आप कह सकते ना कि पिछे आप स्टडी किया ईस्ट टू वैसट मूव करता है, बट ये बिल्कुल भी नहीं मूव करता बिकॉज ये एक्सिस ते प्रेजेंट है। मान लो कि आ एक्सिस आ ते स्टार इत्थे प्रेजेंट है एंड ये इस तरह मूव कर रहे हैं। सो जेड़ा इत्थे स्टार है वो मूव नहीं कर रहा, ठीक है। बाकी दे आसे पासे वाले स्टार्स मूव कर रहे हैं, बट सेंटर च जो स्टार एक्सिस च वो नहीं मूव कर रहा। सो दैट स्टार इज कॉल्ड पोल स्टार। सो ओ वाला स्टार क्या है, दैट इज कॉल्ड पोल स्टार, जिन्हें ध्रुव तारा भी असी बोलते हैं, ठीक है। सो दिस इज अबाउट द कॉन्स्टलेशन। सो इन द नेक्स्ट वीडियो असी डिस्कस करेंगे डिफरेंट टाइप्स ऑफ कॉन्स्टलेशंस, ठीक है। सो होप यू क्लियर दिस टॉपिक एंड मैं ये रिलेटेड थानू कुछ क्वेश्चंस बेटा भेज रही हूँ। सो डू दैट पार्ट रिटन पार्ट ऑन योर साइंस नोटबुक। हैव अ नाइस डे, थैंक यू।